गुड मॉर्निंग स्टूडेंट्स। सो बेटा अज आप बैलेंस ऑफ पेमेंट वाला चैप्टर है जोड़ा स्टार्ट करांगे। सो बैलेंस ऑफ पेमेंट बेसिकली की होंदी है स्टेटमेंट है इन विच जिन्नियां भी साडियां जड़ियां रसीट्स कित्थों आंदियां ने बेटा अपनियां जिहड़ी अपनी फॉरन एक्सचेंज है उहदे तो पैसा आउंदा है, जिहड़ियां आपां एक्सपोर्ट्स बाहर करते हाँ, पेमेंट्स जिहड़ियां आपां चीज़ां बाहरों मंगवाउने आ उहदे तो जो सानू उहदे बदले पे करना पैंदा वो पेमेंट्स होंदियां ने, ठीक है, विद द अदर कंट्रीज़ ऑफ द वर्ल्ड। सो आपां की करदे हाँ जिहड़ा बैलेंस ऑफ पेमेंट है ਇਹਦੇ ਵਿੱਚੋਂ ਸਾਰੀਆਂ ਜਿਹੜੀਆਂ ट्रांजैक्शनस ने ਜਿਹੜੀਆਂ ਸਾਡੀਆਂ ਬਾਕੀ ਆਊਟਰ ਵਰਲਡ ਦੇ ਨਾਲ ਹੋਈਆਂ ਨੇ, ਰੈਸਟ ਆਫ ਦੀ ਵਰਲਡ ਨਾਲ ਹੋਈਆਂ ਨੇ, ਉਹਨਾਂ ਨੂੰ ਆਪਾਂ ਰਿਕਾਰਡ ਕਰਦੇ ਹਾਂ। ਸੋ ਬੇਸਿਕਲੀ ਇਟ ਇਜ਼ ਅ ਸਟੈਟਿਸਟਿਕਲ ਰਿਕਾਰਡ ਆਫ ट्रांजैक्शनस ऑफ अ कंट्री which indicates its economic relationship with the other countries of the world। सो ऑर्डिनैरिली तीन तरह दियां आइटम्स ने जिन्हां दे नाल सानूं डील करना पैंदा है। विजिबल आइटम्स, विजिबल जिन्हां नूं तुसीं हत्थ ला सकदे हो, लाइक फिजिकल गुड्स जिहड़ियां भी बाहर भेजदे हो ते बाहरों मंगवाने हो। इनविजिबल आइटम्स वो सर्विसिज जिन्हां दी एक्सपोर्ट ते इंपोर्ट विजिबल नहीं हुंदी, ठीक है। ਇਹਦੇ ਵਿੱਚ ਸਾਰੀਆਂ ਬੇਟਾ ਸਰਵਿਸਿਜ਼ ਆ ਜਾਂਦੀਆਂ ਤੁਹਾਡੀ ਬੈਂਕਿੰਗ, ਟਰਾਂਸਪੋਰਟ, ਕਮਿਊਨੀਕੇਸ਼ਨ ਵਗੈਰਾ। ਫਿਰ ਆ ਜਾਂਦੀ ਹੈ ਕੈਪੀਟਲ ਟਰਾਂਸਫਰਸ ਦੇ ਵਿੱਚ ਕਿੰਨਾ ਤੁਹਾਡੇ ਕੋਲ ਕੈਪੀਟਲ ਆਈ ਅਤੇ ਕਿੰਨੀਆਂ ਤੁਸੀਂ ਕੈਪੀਟਲ ਪੇਮੈਂਟਸ ਕੀਤੀਆਂ। ਸੋ ਲਾਈਕ ਐਨ ਆਰਡੀਨਰੀ ਟਰੇਡਰ ਹਰੇਕ ਜਿਹੜੀ ਕੰਟਰੀ ਹੈ ਉਹ ਜਿਹੜਾ ਹੈ ਬੈਲੈਂਸ ਰੱਖਣਾ ਚਾਹੁੰਦੀ ਹੈ ਇਨ ਆਲ ਦ ਅਬਵ 3 ਆਈਟਮਸ ਵਿਦ ਅਦਰ ਕੰਟਰੀਜ਼ ਆਫ ਦੀ ਵਰਲਡ ਇਨ ਅ ਗਿਵਨ ਪੀਰੀਅਡ। सो ये निकल के सामने आता है कि हाउ मच जोड़ा है तुसी किसी कंट्री में पे करना है तो हाउ मच तुसी किसी कंट्री तो रिसीव करना है तो ओवरऑल बैलेंस है जोड़ा वो थोड़ा कितना है। ये जोड़ा बैलेंस है ये बैलेंसड भी हो सकता है, अनफेवरेबल भी हो सकता है तो फेवरेबल भी हो सकता है। जदों साडियां विजिबल ध्यान नाल सुनना है बेटा, विजिबल आइटम्स दी इंपोर्ट ते एक्सपोर्ट दा डिफरेंस असी लैने आ ਉਹਨੂੰ ਅਸੀਂ बैलेंस ऑफ ट्रेड कहांगे। पर ਜਦੋਂ ਅਸੀਂ विजिबल, इनविजिबल, कैपिटल ट्रांसफर ਤਿੰਨਾਂ ਦਾ बैलेंस ਦੇਖਾਂਗੇ ਉਹਨੂੰ ਅਸੀਂ बैलेंस ऑफ पेमेंट ਕਹਾਂਗੇ। ਇਹਦਾ ਮਤਲਬ बैलेंस ऑफ पेमेंट ਕੀ ਹੈ? overall record of all economic transactions of a country in a given period with the rest of the world। ਹੁਣ ਇਕਨੋਮਿਕ ਟ੍ਰਾਂਜੈਕਸ਼ਨਸ ਕਿਹੜੀਆਂ ਹੁੰਦੀਆਂ ਬੱਚਾ, ਕੋਈ ਵੀ ਇੱਕ ਡੈਫੀਨੇਸ਼ਨ ਤੁਸੀਂ ਇਹ 'ਚੋਂ ਕਰ ਸਕਦੇ ਹੋ। ਹੁਣ ਇਕਨੋਮਿਕ ਟ੍ਰਾਂਜੈਕਸ਼ਨਸ ਕਿਹੜੀਆਂ ਹੁੰਦੀਆਂ ਨੇ? ਉਹ ਟ੍ਰਾਂਜੈਕਸ਼ਨਸ ਜਿਨ੍ਹਾਂ ਦੇ ਨਾਲ ਵੈਲਿਊ ਟ੍ਰਾਂਸਫਰ ਹੁੰਦੀ ਹੈ। ਇਸ ਕੰਟੈਕਸਟ ਦੇ ਵਿੱਚ ਫੋਰਨ ਟ੍ਰਾਂਜੈਕਸ਼ਨਸ ਦੇ ਕੇਸ ਦੇ ਵਿੱਚ ਵੈਲਿਊ ਹੈ ਜਿਹੜੀ ਇੱਕ ਰੈਜ਼ੀਡੈਂਟ ਤੋਂ ਦੂਸਰੇ ਰੈਜ਼ੀਡੈਂਟ ਨੂੰ ਟ੍ਰਾਂਸਫਰ ਹੋ ਜਾਂਦੀ ਹੈ। ਫੋਰ ਐਗਜ਼ਾਮਪਲ ਜਦੋਂ ਐਕਸਪੋਰਟਸ ਜਿਹੜੀਆਂ ਨੇ ਉਹ ਕੰਟਰੀ ਏ ਤੋਂ ਕੰਟਰੀ ਬੀ ਨੂੰ ਕੀਤੀਆਂ ਜਾਂਦੀਆਂ ਨੇ, ਇਜ਼ ਟ੍ਰਾਂਸਫਰਡ ਬਾਈ ਕੰਟਰੀ ਬੀ ਟੂ ਕੰਟਰੀ ਏ, ਤਾਂ ਬਿਟਵੀਨ ਦ ਕੰਟਰੀਜ਼ ਜਿਹੜੀਆਂ ਵੈਲਿਊਜ਼ ਟ੍ਰਾਂਸਫਰ ਹੁੰਦੀਆਂ ਨੇ, ਮੀਨਸ ਜਿਹੜਾ ਪੈਸਾ ਅਸੀਂ ਦੇਣਾ ਹੈ ਅਤੇ ਜਿਹੜਾ ਪੈਸਾ ਸਾਨੂੰ ਆਉਣਾ ਹੈ ਉਹਨੂੰ ਅਸੀਂ ਫੋਰਨ ਐਕਸਚੇਂਜ ਕਹਿ ਦਿੰਦੇ ਹਾਂ। ਸੋ ਦੋ ਤਰ੍ਹਾਂ ਦੇ ਇਕਨੋਮਿਕ ਐਕਟੀਵਿਟੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਇੰਟਰਨੈਸ਼ਨਲ ਟ੍ਰਾਂਜੈਕਸ਼ਨਸ ਹੋ ਸਕਦੀਆਂ ਨੇ। ਫਸਟ ਹੈ ਕਰੰਟ ਪ੍ਰੋਡਕਸ਼ਨ ਜਿਹਦੇ ਨਾਲ ਐਕਸਪੋਰਟ ਹੁੰਦੀ ਹੈ ਅਤੇ ਬਾਹਰੋਂ ਅਸੀਂ ਗੁੱਡਸ ਜਿਹੜਾ ਹੈ ਇੰਪੋਰਟ ਕਰਾਉਂਦੇ ਹਾਂ। ਸੈਕਿੰਡ ਹੈ ਐਕਟੀਵਿਟੀ ਰਿਲੇਟਿਡ ਟੂ ਦੀ ਸੇਲ ਐਂਡ ਪਰਚੇਜ਼ ਆਫ ਪਹਿਲਾਂ ਵਾਲੀਆਂ ਐਸੈਟਸ, ਐਗਜ਼ਿਸਟਿੰਗ ਐਸੈਟਸ ਜਾਂ ਜਿਹੜੀਆਂ ਸਾਡੀਆਂ ਇਕੱਠੀਆਂ ਹੋਈਆਂ ਐਸੈਟਸ ਸੀ ਉਹਨਾਂ ਦੀ ਸੇਲ ਔਰ ਪਰਚੇਜ਼ ਜਾਂ ਮਤਲਬ ਉਹਨਾਂ ਦੀ ਇੰਪੋਰਟ ਅਤੇ ਐਕਸਪੋਰਟ। ਨੈਕਸਟ ਹੈ ਬੇਟਾ ਤੁਹਾਡੇ ਕੋਲ ਫੀਚਰਸ ਆਫ बैलेंस ऑफ पेमेंट। बैलेंस ऑफ पेमेंट ਕੀ ਹੁੰਦਾ ਹੈ? ਇੱਕ ਸਿਸਟਮੈਟਿਕ ਰਿਕਾਰਡ ਹੁੰਦਾ ਜਿਹਦੇ ਇੱਕ ਪਾਸੇ ਰਿਸਿਪਟਸ ਹੁੰਦੀਆਂ ਨੇ, ਦੂਜੇ ਪਾਸੇ ਪੇਮੈਂਟ ਹੁੰਦੀਆਂ ਨੇ ਆਫ ਅ ਕੰਟਰੀ ਵਿਦ ਅਦਰ ਕੰਟਰੀਜ਼। ਇਹ ਯੂਜੂਅਲੀ 1 ਸਾਲ ਦਾ ਜਿਹੜਾ ਹੈ ਇਹ ਸਟੇਟਮੈਂਟ ਬਣਾਈ ਜਾਂਦੀ ਹੈ। ਕੰਪਰੀਹੈਂਸਿਵ ਹੁੰਦੀ ਹੈ। ਇਹਦੇ ਵਿੱਚ 3 ਆਈਟਮਸ ਵਿਜ਼ੀਬਲ, ਇਨਵਿਜ਼ੀਬਲ ਅਤੇ ਕੈਪੀਟਲ ਟ੍ਰਾਂਸਫਰਸ ਨੇ ਜਿਹੜੀਆਂ ਉਹਨਾਂ ਨੂੰ ਇਨਕਲੂਡ ਕੀਤਾ ਜਾਂਦਾ ਹੈ। ਡਬਲ ਐਂਟਰੀ ਸਿਸਟਮ 'ਤੇ ਹੁੰਦਾ ਹੈ, ਉੱਪਰ ਵੀ ਦੱਸ ਕੇ ਹਟੀਆਂ। ਫਸਟ ਪੁਆਇੰਟ ਡਬਲ ਐਂਟਰੀ ਦਾ ਮਤਲਬ ਹੁੰਦਾ ਜੋ ਰਿਸਿਪਟ ਹੋਇਆ ਉਹਦੀ ਪੇਮੈਂਟ ਹੈ ਜਿਹੜੀ ਉਹ ਵੀ ਦੂਜੇ ਪਾਸੇ ਐਂਟਰ ਹੋਊਗੀ। ਸੈਲਫ ਬੈਲੈਂਸਡ ਡਬਲ ਐਂਟਰੀ ਸਿਸਟਮ ਕਰਕੇ ਆਟੋਮੈਟਿਕਲੀ ਡੈਬਿਟ ਅਤੇ ਕ੍ਰੈਡਿਟ ਹੁੰਦਾ, ਇਸ ਕਰਕੇ ਇਹ ਹਮੇਸ਼ਾ ਬੈਲੈਂਸਡ ਰਹਿੰਦਾ ਹੈ। ਐਡਜਸਟਮੈਂਟ ਆਫ ਡਿਫਰੈਂਸਿਸ, ਜੇ ਕਿਤੇ ਕੋਈ ਡਿਫਰੈਂਸ ਆ ਜਾਂਦਾ ਹੈ ਟੋਟਲ ਰਿਸਿਪਟ ਅਤੇ ਪੇਮੈਂਟ ਦਾ ਵਿੱਚ ਤਾਂ ਤੁਸੀਂ ਉਹਦੇ ਵਾਸਤੇ ਨੈਸੈਸਰੀ ਐਡਜਸਟਮੈਂਟ ਕਰ ਲੈਂਦੇ ਹੋ। बैलेंस ऑफ पेमेंट ਦੇ ਵਿੱਚ ਚਾਹੇ ਕੋਈ ਸਰਕਾਰੀ ਹੋਵੇ ਚਾਹੇ ਨੌਨ ਸਰਕਾਰੀ ਸਾਰੇ ਤਰੀਕੇ ਦੀਆਂ ਆਈਟਮਸ ਉਹਨਾਂ ਨੂੰ ਇਨਕਲੂਡ ਕੀਤਾ ਜਾਂਦਾ ਹੈ।
ਨੈਕਸਟ ਬੱਚਾ ਤੁਹਾਡੇ ਕੋਲ ਬੈਲੈਂਸ ਆਫ ਟ੍ਰੇਡ ਅਤੇ ਬੈਲੈਂਸ ਆਫ ਪੇਮੈਂਟ ਦਾ ਡਿਫਰੈਂਸ ਆਪਾਂ ਉੱਪਰ ਕਰ ਚੁੱਕੇ ਹਾਂ। ਬੈਲੈਂਸ ਆਫ ਟ੍ਰੇਡ ਦੇ ਵਿੱਚ ਸਿਰਫ ਅਤੇ ਸਿਰਫ ਤੁਸੀਂ ਕੀ ਲੈਣਾ ਹੈ, ਵਿਜ਼ੀਬਲ ਆਈਟਮਸ ਆਫ ਇੰਪੋਰਟ ਐਂਡ ਐਕਸਪੋਰਟ ਦਾ ਡਿਫਰੈਂਸ। ਠੀਕ ਹੈ, ਬੈਲੈਂਸ ਆਫ ਟ੍ਰੇਡ ਦੇ ਵਿੱਚ ਸਿਰਫ ਅਤੇ ਸਿਰਫ ਅਸੀਂ ਵਿਜ਼ੀਬਲ ਆਈਟਮਸ ਆਫ ਐਕਸਪੋਰਟ ਵਿੱਚੋਂ ਵਿਜ਼ੀਬਲ ਆਈਟਮਸ ਆਫ ਇੰਪੋਰਟ ਨੂੰ ਮਾਈਨਸ ਕਰ ਦਾਂਗੇ। ਇੱਕ ਪ੍ਰੋਪਰ ਰਿਕਾਰਡ ਹੈ ਜਿਹੜਾ ਉਹ ਜਿਹੜੀਆਂ ਗੁੱਡਸ ਆਈਆਂ ਅਤੇ ਜਿਹੜੀਆਂ ਗੁੱਡਸ ਭੇਜੀਆਂ ਸੀ ਆਪਦੇ ਪੋਰਟ ਤੋਂ ਉਹਨਾਂ ਨੂੰ ਰੱਖਿਆ ਜਾਂਦਾ ਹੈ, ਉਹਨਾਂ ਨੂੰ ਅਸੀਂ ਵਿਜ਼ੀਬਲ ਆਈਟਮਸ ਕਹਿੰਦੇ ਹਾਂ। ਸੋ ਬੈਲੈਂਸ ਆਫ ਟ੍ਰੇਡ ਇਹਦਾ ਮਤਲਬ ਬੈਲੈਂਸ ਆਫ ਪੇਮੈਂਟ ਦਾ ਇੱਕ ਪਾਰਟ ਹੋ ਜਾਂਦਾ ਹੈ, ਇੱਕ ਹਿੱਸਾ ਹੈ। ਠੀਕ ਹੈ, ਕਿਉਂਕਿ ਬੈਲੈਂਸ ਆਫ ਪੇਮੈਂਟ ਦੇ 3 ਹਿੱਸੇ ਨੇ ਨਾ, ਵਿਜ਼ੀਬਲ ਆਈਟਮਸ, ਇਨਵਿਜ਼ੀਬਲ ਆਈਟਮ ਅਤੇ ਕੈਪੀਟਲ ਟਰਾਂਸਫਰ। ਸੋ ਬੈਲੈਂਸ ਆਫ ਟ੍ਰੇਡ 3 ਤਰੀਕੇ ਦਾ ਹੋ ਸਕਦਾ ਹੈ ਬੇਟਾ। ਫੇਵਰੇਬਲ ਕਦੋਂ ਹੋਊਗਾ, ਜਦੋਂ ਐਕਸਪੋਰਟਸ ਇੰਪੋਰਟਸ ਤੋਂ ਜ਼ਿਆਦਾ ਹੋਣਗੀਆਂ। ਡੈਫੀਸਿਟ ਔਰ ਅਨਫੇਵਰੇਬਲ ਕਦੋਂ ਹੋਊਗਾ, ਜਦੋਂ ਇੰਪੋਰਟਸ ਐਕਸਪੋਰਟਸ ਤੋਂ ਜ਼ਿਆਦਾ ਹੋਊਗਾ। ਇਕਲਿਬਰੀਅਮ ਕਦੋਂ ਹੋਊਗਾ, ਜਦੋਂ ਐਕਸਪੋਰਟ ਅਤੇ ਇੰਪੋਰਟ ਆਪਸ 'ਚ ਇੱਕ ਦੂਜੇ ਦੇ ਬਰਾਬਰ ਹੋਣਗੀਆਂ। ਸੋ ਬੈਲੈਂਸ ਆਫ ਪੇਮੈਂਟ ਪੋਜ਼ੀਟਿਵ ਜਾਂ ਨੈਗੇਟਿਵ ਜਿਹੜਾ ਹੈ ਉਹ ਕਦੋਂ ਹੋਊਗਾ, ਜਦੋਂ ਅਸੀਂ ਸਾਰੀਆਂ ਇਕਨੋਮਿਕ ਟ੍ਰਾਂਜੈਕਸ਼ਨਸ ਲਾਈਕ ਵਿਜ਼ੀਬਲ ਆਈਟਮਸ, ਇਨਵਿਜ਼ੀਬਲ ਆਈਟਮਸ ਅਤੇ ਕੈਪੀਟਲ ਟਰਾਂਸਫਰਸ ਨੂੰ ਕੰਸੀਡਰ ਕਰਾਂਗੇ। ਇਹਦਾ ਮਤਲਬ ਬੈਲੈਂਸ ਆਫ ਪੇਮੈਂਟ ਇੱਕ ਮੋਰ ਕੰਪਰੀਹੈਂਸਿਵ ਪਿਕਚਰ ਹੈ ਇਕਨੋਮਿਕ ਟ੍ਰਾਂਜੈਕਸ਼ਨਸ ਆਫ ਅ ਕੰਟਰੀ ਵਿਦ ਦੀ ਰੈਸਟ ਆਫ ਦੀ ਵਰਲਡ। ਮਤਲਬ ਬੈਲੈਂਸ ਆਫ ਪੇਮੈਂਟ ਦੇ ਵਿੱਚ ਸਾਰੀਆਂ ਸਾਡੀਆਂ ਟ੍ਰਾਂਜੈਕਸ਼ਨਸ ਨੇ ਉਹਨਾਂ ਦਾ ਬਿਊਰਾ ਦਿੱਤਾ ਜਾਂਦਾ ਹੈ। ਹੁਣ ਹੈ ਡਿਫਰੈਂਸ ਬਿਟਵੀਨ ਬੈਲੈਂਸ ਆਫ ਟ੍ਰੇਡ ਐਂਡ ਬੈਲੈਂਸ ਆਫ ਪੇਮੈਂਟ। ਬੈਲੈਂਸ ਆਫ ਪੇਮੈਂਟ ਇੱਕ ਬਰੋਡ ਆਈਟਮ ਹੈ, ਇਹਦੇ ਵਿੱਚ ਬੈਲੈਂਸ ਆਫ ਟ੍ਰੇਡ ਜੁੜਿਆ ਹੋਇਆ ਹੁੰਦਾ ਹੈ। ਜਿਹੜਾ ਬੈਲੈਂਸ ਆਫ ਟ੍ਰੇਡ ਇੱਕ ਨੈਰੋ ਕੰਸੈਪਟ ਹੈ, ਇਹ ਬੈਲੈਂਸ ਆਫ ਪੇਮੈਂਟ ਦਾ ਹੀ ਇੱਕ ਹਿੱਸਾ ਹੁੰਦਾ ਹੈ। ਬੈਲੈਂਸ ਆਫ ਟ੍ਰੇਡ ਦੇ ਵਿੱਚ ਸਿਰਫ ਵਿਜ਼ੀਬਲ ਆਈਟਮਸ ਇੰਪੋਰਟ ਅਤੇ ਐਕਸਪੋਰਟ ਦੀਆਂ ਜਿਹੜੀਆਂ ਨੇ ਜੁੜੀਆਂ ਹੋਈਆਂ ਹੁੰਦੀਆਂ ਨੇ। ਔਨ ਦੀ ਕੰਟਰੇਰੀ ਬੈਲੈਂਸ ਆਫ ਪੇਮੈਂਟ ਦੇ ਵਿੱਚ ਸਾਰੀਆਂ ਆਈਟਮਸ, ਚਾਹੇ ਉਹ ਵਿਜ਼ੀਬਲ ਆਈਟਮ ਹੋਣ ਇੰਪੋਰਟ ਐਕਸਪੋਰਟ ਦੀਆਂ, ਚਾਹੇ ਇਨਵਿਜ਼ੀਬਲ ਹੋਣ, ਚਾਹੇ ਕੈਪੀਟਲ ਟਰਾਂਸਫਰਸ ਹੋਣ, ਸਾਰੀਆਂ ਹੀ ਹੋਣਗੀਆਂ। ਇਨ ਵਰੀ ਬੈਲੈਂਸ ਆਫ ਟ੍ਰੇਡ ਬੈਲੈਂਸ ਆਫ ਪੇਮੈਂਟ ਦਾ ਇੱਕ ਹਿੱਸਾ ਹੀ ਹੁੰਦਾ ਹੈ। ਕਿਸੇ ਵੀ ਕੰਟਰੀ ਦਾ ਬੈਲੈਂਸ ਆਫ ਟ੍ਰੇਡ ਫੇਵਰੇਬਲ ਵੀ ਹੋ ਸਕਦਾ ਹੈ, ਅਨਫੇਵਰੇਬਲ ਵੀ ਹੋ ਸਕਦਾ ਹੈ, ਬਟ ਬੈਲੈਂਸ ਆਫ ਪੇਮੈਂਟ ਵਿਲ ਆਲਵੇਜ਼ ਬੀ ਬੈਲੈਂਸਡ। ਫਿਰ ਹੈ ਬੈਲੈਂਸ ਆਫ ਟ੍ਰੇਡ ਦਾ ਘਾਟਾ ਹੈ ਜਿਹੜਾ ਉਹ ਬੈਲੈਂਸ ਆਫ ਪੇਮੈਂਟ 'ਚੋਂ ਪੂਰਾ ਕੀਤਾ ਜਾ ਸਕਦਾ ਹੈ, ਪਰ ਬੈਲੈਂਸ ਆਫ ਪੇਮੈਂਟ ਦਾ ਘਾਟਾ ਬੈਲੈਂਸ ਆਫ ਟ੍ਰੇਡ 'ਚੋਂ ਪੂਰਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬੈਲੈਂਸ ਆਫ ਟ੍ਰੇਡ ਦਾ ਜਿਹੜਾ ਅਮਾਊਂਟ ਹੈ ਉਹ ਥੋੜ੍ਹੀ ਹੁੰਦੀ ਹੈ। ਇਸ ਕਰਕੇ ਵੈਸੇ ਵੀ ਬੈਲੈਂਸ ਆਫ ਟ੍ਰੇਡ ਬੈਲੈਂਸ ਆਫ ਪੇਮੈਂਟ ਦਾ ਇੱਕ ਪਾਰਟ ਹੈ। ਠੀਕ ਹੈ, ਹੁਣ ਜਿਵੇਂ ਮਾਂ ਬਾਪ ਬੱਚਿਆਂ ਦੇ ਖਰਚੇ ਚੱਕ ਲੈਂਦੇ ਨੇ, ਬੱਚਿਆਂ ਨੂੰ ਮਾਂ ਬਾਪ ਦੇ ਖਰਚੇ ਚੱਕਣੇ ਮੁਸ਼ਕਿਲ ਹੁੰਦੇ ਨੇ। ਇਸੇ ਤਰੀਕੇ ਨਾਲ ਬੈਲੈਂਸ ਆਫ ਟ੍ਰੇਡ ਹੈ ਜਿਹੜਾ ਉਹ ਬੈਲੈਂਸ ਆਫ ਪੇਮੈਂਟ ਦਾ ਪਾਰਟ ਹੁੰਦਾ ਹੈ। ਉਹਦੇ ਖਰਚੇ ਬੈਲੈਂਸ ਆਫ ਟ੍ਰੇਡ ਦਾ ਕੋਈ ਇੰਬੈਲੈਂਸ ਹੈ ਉਹ ਬੈਲੈਂਸ ਆਫ ਪੇਮੈਂਟ 'ਚੋਂ ਚੱਕਿਆ ਜਾ ਸਕਦਾ, ਪਰ ਬੈਲੈਂਸ ਆਫ ਪੇਮੈਂਟ ਦਾ ਜਿਹੜਾ ਕੋਈ ਵੀ ਘਾਟਾ ਵਾਧਾ ਉਹ ਬੈਲੈਂਸ ਆਫ ਟ੍ਰੇਡ 'ਚੋਂ ਨਹੀਂ ਚੱਕਿਆ ਜਾ ਸਕਦਾ। ਫਰੋਮ ਦਾ ਪੁਆਇੰਟ ਆਫ ਵਿਊ ਆਫ ਇਕਨੋਮਿਕ ਐਨਾਲਿਸਿਸ ਬੈਲੈਂਸ ਆਫ ਪੇਮੈਂਟ ਹੈ ਜਿਹੜਾ ਮੋਰ ਇੰਪੋਰਟੈਂਟ ਹੈ ਦੈਨ ਬੈਲੈਂਸ ਆਫ ਟ੍ਰੇਡ। ਹਰ ਇੱਕ ਕੰਟਰੀ ਹੈ ਜਿਹੜੀ ਉਹ ਬੈਲੈਂਸ ਆਫ ਪੇਮੈਂਟ ਦੀਆਂ ਆਈਟਮਸ ਨੂੰ ਧਿਆਨ ਵਿੱਚ ਰੱਖਦੀ ਹੈ ਜਦੋਂ ਵੀ ਉਸਨੇ ਆਪਣੀ ਕੋਈ ਫੋਰਨ ਟ੍ਰੇਡ ਪਾਲਿਸੀ ਬਣਾਉਣੀ ਹੈ। ਜੇ ਲਾਇਬਿਲਿਟੀਜ਼ ਨੇ ਕੰਟਰੀ ਦੀਆਂ ਟੂ ਅਦਰ ਕੰਟਰੀਜ਼ ਲਾਰਜ ਹੁੰਦੀਆਂ ਨੇ ਤਾਂ ਇਹਦਾ ਗ੍ਰੇਟ ਇੰਪੈਕਟ ਪੈਂਦਾ ਹੈ ਕਿਸੇ ਵੀ ਕੰਟਰੀ ਦੀ ਨੈਸ਼ਨਲ ਇਨਕਮ ਜਾਂ ਇੰਪਲੋਇਮੈਂਟ ਦੇ ਉੱਤੇ। ਸੋ ਇਨ ਸ਼ਾਰਟ ਮੇਨ ਡਿਫਰੈਂਸ ਬੈਲੈਂਸ ਆਫ ਟ੍ਰੇਡ ਅਤੇ ਬੈਲੈਂਸ ਆਫ ਪੇਮੈਂਟ ਦਾ ਕੀ ਹੈ ਕਿ ਬੈਲੈਂਸ ਆਫ ਟ੍ਰੇਡ ਹੈ ਜਿਹੜਾ ਉਹ ਪਾਰਸ਼ੀਅਲ ਮਤਲਬ ਇੰਟਰਨੈਸ਼ਨਲ ਟ੍ਰੇਡ ਦਾ ਅੱਧਾ ਰਿਕਾਰਡ ਰੱਖਦਾ ਹੈ, ਜਦੋਂ ਕਿ ਬੈਲੈਂਸ ਆਫ ਪੇਮੈਂਟ ਹੈ ਉਹ ਇੱਕ ਕੰਪਲੀਟ ਰਿਕਾਰਡ ਰੱਖਦਾ ਹੈ। ਸੋ ਬੈਲੈਂਸ ਆਫ ਟ੍ਰੇਡ ਇਜ਼ ਅ ਪਾਰਟ ਆਫ ਬੈਲੈਂਸ ਆਫ ਪੇਮੈਂਟ। ਥੋੜ੍ਹਾ ਜਿਹਾ ਆਪਾਂ ਹੋਰ ਕਰ ਲੈਂਦੇ ਹਾਂ ਬੇਟਾ। ਬੈਲੈਂਸ ਆਫ ਪੇਮੈਂਟ ਦੇ ਪਾਰਟਸ 3 ਪਾਰਟ ਹੁੰਦੇ ਨੇ ਬੈਲੈਂਸ ਆਫ ਪੇਮੈਂਟ ਦੇ: ਕਰੰਟ ਅਕਾਊਂਟ, ਕੈਪੀਟਲ ਅਕਾਊਂਟ ਐਂਡ ਓਵਰਆਲ ਬੈਲੈਂਸ ਆਫ ਪੇਮੈਂਟ। ਕਰੰਟ ਅਕਾਊਂਟ ਬੈਲੈਂਸ ਆਫ ਪੇਮੈਂਟ ਔਨ ਕਰੰਟ ਅਕਾਊਂਟ ਕੀ ਹੈ? ਇਟ ਇਜ਼ ਅ ਸਟੇਟਮੈਂਟ ਆਫ ਐਕਚੁਅਲ ਰਿਸਿਪਟ ਐਂਡ ਪੇਮੈਂਟਸ ਇਨ ਦਾ ਸ਼ਾਰਟ ਪੀਰੀਅਡ। ਇਹਦੇ ਵਿੱਚ ਬੋਥ ਵਿਜ਼ੀਬਲ ਅਤੇ ਇਨਵਿਜ਼ੀਬਲ ਆਈਟਮਸ ਦੀ ਇੰਪੋਰਟ ਅਤੇ ਐਕਸਪੋਰਟਸ ਹੈ ਜਿਹੜੀਆਂ ਉਹ ਜੁੜੀਆਂ ਹੋਈਆਂ ਹੁੰਦੀਆਂ ਨੇ। ਕਰੰਟ ਅਕਾਊਂਟ ਟ੍ਰਾਂਜੈਕਸ਼ਨਸ ਨੂੰ ਆਰ ਕਾਲਡ ਅਕਾਊਂਟ ਬਾਏ ਐਕਚੁਅਲ ਟ੍ਰਾਂਜੈਕਸ਼ਨਸ, ਕਿਉਂਕਿ ਸਾਰੀਆਂ ਆਈਟਮਸ ਨੇ ਜਿਹੜੀਆਂ ਉਹ ਐਕਚੁਅਲੀ ਇਹਦੇ ਵਿੱਚ ਟ੍ਰਾਂਜੈਕਟ ਕੀਤੀਆਂ ਜਾਂਦੀਆਂ ਨੇ। ਇਹਨਾਂ ਆਈਟਮਸ ਦਾ ਡਾਇਰੈਕਟ ਇਫੈਕਟ ਹੁੰਦਾ ਹੈ ਇਨਕਮ, ਆਊਟਪੁੱਟ ਅਤੇ ਇੰਪਲੋਇਮੈਂਟ ਆਫ ਅ ਕੰਟਰੀਜ਼ ਇਕੋਨਮੀ। ਸੋ ਬੈਲੈਂਸ ਆਫ ਪੇਮੈਂਟ ਔਨ ਕਰੰਟ ਅਕਾਊਂਟ 'ਚ ਅਸੀਂ ਕੀ ਇਨਕਲੂਡ ਕਰਦੇ ਹਾਂ? ਵਿਜ਼ੀਬਲ ਪਲੱਸ ਇਨਵਿਜ਼ੀਬਲ ਐਕਸਪੋਰਟਸ ਦੋਨਾਂ ਨੂੰ ਪਲੱਸ ਕਰਕੇ ਉਹਦੇ ਵਿੱਚੋਂ ਕੀ ਮਾਈਨਸ ਕਰਾਂਗੇ? ਵਿਜ਼ੀਬਲ ਪਲੱਸ ਇਨਵਿਜ਼ੀਬਲ ਇੰਪੋਰਟਸ ਨੂੰ ਮਾਈਨਸ ਕਰਾਂਗੇ।
ਹੁਣ ਇਹਦਾ ਮਤਲਬ ਬੈਲੈਂਸ ਆਫ ਪੇਮੈਂਟ ਔਨ ਕਰੰਟ ਅਕਾਊਂਟ ਹੈ, ਬੈਲੈਂਸਡ ਵੀ ਹੋ ਸਕਦਾ ਹੈ, ਅਨਬੈਲੈਂਸਡ ਵੀ ਹੋ ਸਕਦਾ ਹੈ। ਮਤਲਬ ਘਾਟੇ 'ਚ ਵੀ ਹੋ ਸਕਦਾ ਹੈ ਅਤੇ ਵਾਧੇ ਵਿੱਚ ਵੀ ਹੋ ਸਕਦਾ ਹੈ। ਜੇ ਸਾਨੂੰ ਬੈਲੈਂਸ ਆਫ ਪੇਮੈਂਟ ਦਾ ਅਕਾਊਂਟ ਦੇ ਵਿੱਚ ਕੋਈ ਡਿਸਇਕੁਲਿਬਰੀਅਮ ਮਿਲਦਾ ਹੈ ਤਾਂ ਅਸੀਂ ਉਹਨੂੰ ਕਿਹਦੇ 'ਚੋਂ ਪੂਰਾ ਕਰ ਲੈਂਦੇ ਹਾਂ? ਕੈਪੀਟਲ ਅਕਾਊਂਟ ਵਿੱਚੋਂ ਪੂਰਾ ਕਰ ਲੈਂਦੇ ਹਾਂ। ਕੈਪੀਟਲ ਅਕਾਊਂਟ ਕੀ ਹੈ? ਜਿਹਦੇ ਵਿੱਚ ਸਾਰੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਜੁੜੀਆਂ ਹੋਈਆਂ ਹੁੰਦੀਆਂ ਨੇ। ਹਰ ਇੱਕ ਤਰੀਕੇ ਦੀਆਂ ਸ਼ਾਰਟ ਟਰਮ, ਲੌਂਗ ਟਰਮ, ਇੰਟਰਨੈਸ਼ਨਲ ਕੈਪੀਟਲ ਟ੍ਰਾਂਸਫਰਸ, ਮੂਵਮੈਂਟ ਆਫ ਗੋਲਡ, ਪੇਮੈਂਟ ਔਨ ਪ੍ਰਾਈਵੇਟ ਅਕਾਊਂਟ, ਕੋਈ ਵੀ ਨੈਸ਼ਨਲ ਇੰਸਟੀਟਿਊਸ਼ਨਲ ਅਕਾਊਂਟ ਦੀਆਂ ਜਾਂ ਸਰਕਾਰ ਨੂੰ ਕਿਸੇ ਲੋਨ, ਇੰਟਰਸਟ, ਗ੍ਰਾਂਟ ਦੀਆਂ ਰਿਸਿਪਟ ਅਤੇ ਪੇਮੈਂਟਸ, ਇਹ ਸਭ ਕੈਪੀਟਲ ਅਕਾਊਂਟ 'ਚ ਜੁੜੀਆਂ ਹੋਈਆਂ ਹੁੰਦੀਆਂ ਨੇ। ਸਾਰੀਆਂ ਟ੍ਰਾਂਜੈਕਸ਼ਨਸ ਕੈਪੀਟਲ ਅਕਾਊਂਟ ਦੀਆਂ ਫਿਨਾਂਸ਼ੀਅਲ ਟ੍ਰਾਂਸਫਰਸ ਹੁੰਦੀਆਂ ਨੇ, ਇਸ ਕਰਕੇ ਉਹਨਾਂ ਦਾ ਇਨਕਮ ਆਊਟਪੁੱਟ ਅਤੇ ਇੰਪਲਾਇਮੈਂਟ ਦੇ ਉੱਤੇ ਫਰਕ ਨਹੀਂ ਪੈਂਦਾ। ਮਤਲਬ ਪੈਸਾ ਆਇਆ ਅਤੇ ਪੈਸਾ ਗਿਆ, ਐਕਚੁਅਲੀ ਉਹ ਕਿਤਾਬਾਂ ਦੇ ਵਿੱਚ ਹੀ ਆਉਂਦਾ ਅਤੇ ਜਾਂਦਾ ਹੈ, ਉਹਦਾ ਡਾਇਰੈਕਟ ਇਫੈਕਟ ਹੈ ਜਿਹੜਾ ਉਹ ਸਾਡੀ ਇਨਕਮ ਆਊਟਪੁੱਟ ਅਤੇ ਇੰਪਲਾਇਮੈਂਟ ਦੇ ਉੱਤੇ ਨਹੀਂ ਪੈਂਦਾ। ਨੈਕਸਟ ਹੈ ਓਵਰਆਲ ਬੈਲੈਂਸ ਆਫ ਪੇਮੈਂਟ। ਟੋਟਲ ਆਫ ਏ ਕੰਟਰੀਜ਼ ਕਰੰਟ ਅਕਾਊਂਟ ਅਤੇ ਕੈਪੀਟਲ ਅਕਾਊਂਟ ਹੈ ਜਿਹੜਾ ਉਹ ਓਵਰਆਲ ਬੈਲੈਂਸ ਆਫ ਪੇਮੈਂਟ ਵਿੱਚ ਹੁੰਦਾ ਹੈ। ਇਹ ਹਮੇਸ਼ਾ ਬੈਲੈਂਸਡ ਹੁੰਦਾ ਹੈ ਕਿਉਂਕਿ ਡੈਫੀਸਿਟ ਜਾਂ ਸਰਪਲਸ ਕਰੰਟ ਅਕਾਊਂਟ ਦਾ ਕੈਪੀਟਲ ਅਕਾਊਂਟ ਦੇ ਵਿੱਚੋਂ ਪੂਰਾ ਕੀਤਾ ਜਾਂਦਾ ਹੈ ਐਂਡ ਦੈਟ ਆਫ ਕੈਪੀਟਲ ਅਕਾਊਂਟ ਇਜ਼ ਸੈਟ ਆਫ ਬਾਏ ਦ ਕਰੰਟ ਅਕਾਊਂਟ। ਕਰੰਟ ਅਕਾਊਂਟ ਦਾ ਘਾਟਾ ਕੈਪੀਟਲ 'ਚੋਂ, ਕੈਪੀਟਲ ਅਕਾਊਂਟ ਦਾ ਘਾਟਾ ਕਰੰਟ ਅਕਾਊਂਟ 'ਚੋਂ ਪੂਰਾ ਕੀਤਾ ਜਾਂਦਾ। ਇਸ ਕਰਕੇ ਬੈਲੈਂਸ ਆਫ ਪੇਮੈਂਟ ਹਮੇਸ਼ਾ ਬੈਲੈਂਸਡ ਹੁੰਦਾ ਹੈ। ਠੀਕ ਹੈ ਬੇਟਾ। ਸੋ ਇੱਥੇ ਤੱਕ ਬੇਟਾ ਇਸ ਚੈਪਟਰ ਨੂੰ ਜਿਹੜਾ ਹੈ ਤੁਸੀਂ ਪੜ੍ਹਨਾ ਹੈ। ਆਪਾਂ ਪਾਰਟਸ ਕੀਤੇ ਨੇ, ਡਿਫਰੈਂਸ ਬੈਲੈਂਸ ਆਫ ਟ੍ਰੇਡ ਅਤੇ ਬੈਲੈਂਸ ਆਫ ਪੇਮੈਂਟ ਦਾ ਮੀਨਿੰਗ, ਫੀਚਰਸ ਆਫ ਬੈਲੈਂਸ ਆਫ ਪੇਮੈਂਟ। ਠੀਕ ਹੈ। ਸੋ ਰੈਸਟ ਆਪਾਂ ਅਗਲੇ ਵਾਲੀ ਆਪਣੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਕਰਾਂਗੇ। ਟਿਲ ਦੈਨ ਗੁੱਡ ਬਾਏ ਬੇਟਾ, ਹੈਪੀ ਲਰਨਿੰਗ।